ਸਤਿ ਸ਼੍ਰੀ ਅਕਾਲ ਜੀ। ਇੰਡੋਜ਼ੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੰਚਨ ਸਵਾਗਤ ਕਰਦੀ ਹਾਂ। ਆਓ ਹੁਣ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਰਾਸ਼ਟਰੀ ਕਾਰੋਬਾਰਾਂ ਨੇ ਆਸਟ੍ਰੇਲੀਆਈ ਬੰਦਰਗਾਹਾਂ ਤੇ ਕੀਤਾ ਕਬਜ਼ਾ। ਵਿਅਕਤੀ ਨੇ ਪੂਰਾ ਕੀਤਾ ਪੂਰੇ ਆਸਟ੍ਰੇਲੀਆ ਵਿੱਚ ਪੈਦਲ ਚੱਲਣ ਦਾ ਸੁਪਨਾ। ਨਵਿਆਉਣਯੋਗ ਊਰਜਾ ਦੀ ਸ਼ੁਰੂਆਤ ਨੂੰ ਰੋਕਣ ਲਈ ਸਰਕਾਰੀ ਸਹਾਇਤਾ ਦੀ ਮੰਗ। ਆਸਟ੍ਰੇਲੀਆਈ ਸਰਕਾਰ ਵੱਲੋਂ ਅਮਰੀਕਾ ਦੇ ਸਾਬਕਾ ਪਾਇਲਟ ਨੂੰ ਮਨਜ਼ੂਰੀ। ਡੈਨੀਅਲ ਡੂਗਨ ਨੇ ਆਪਣੀ ਅਮਰੀਕੀ ਨਾਗਰਿਕਤਾ ਤਿਆਗ ਦਿੱਤੀ। ਸੈਲਾਨੀਆਂ ਨੂੰ ਦੇਖਣ ਲਈ ਮਿਲੇਗੀ ਸਿਡਨੀ ਵਿੱਚ ਨਵੇਂ ਸਾਲ ਨੂੰ ਮੁਫਤ ਆਤਿਸ਼ਬਾਜ਼ੀ ਜੇਕਰ ਨਿਊ ਸਾਊਥ ਵੇਲਜ਼ ਲੇਬਰ 2023 ਦੀਆਂ ਚੋਣਾਂ ਜਿੱਤਦੀ ਹੈ। ਨਿਕ ਕਿਰਗਿਓਸ ਸੱਟ ਦੇ ਚੱਲਦੇ ਯੂਨਾਈਟਿਡ ਕੱਪ ਟੀਮ ਇਵੈਂਟ ਤੋਂ ਹੋਏ ਬਾਹਰ। ਰੇਨਮਾਰਕ ਵਿੱਚ ਮੂਰੇ ਨਦੀ ਦਾ ਪਾਣੀ ਰਾਤੋਂ ਰਾਤ ਸਿਖਰ ਤੇ ਪਹੁੰਚਿਆ। ਯੂਕਰੇਨ ਦੀ ਲੜਾਈ 'ਚ ਮਾਰਿਆ ਗਿਆ ਆਸਟ੍ਰੇਲੀਆਈ ਵਿਅਕਤੀ। ਹੁਣ ਖਬਰਾਂ ਵਿਸਥਾਰ ਨਾਲ। ਪੱਛਮੀ ਆਸਟ੍ਰੇਲੀਆ ਦੇ ਦੱਖਣ ਪੱਛਮ ਵਿੱਚ ਇੱਕ ਛੋਟੇ ਪੈਮਾਨੇ ਦਾ ਐਸਪੀਰੈਂਸ ਟਗਬੋਟ ਆਪਰੇਟਰ ਚੱਲ ਰਹੇ ਰਹਿਣ ਲਈ ਸੰਘਰਸ਼ ਕਰ ਰਿਹਾ ਹੈ ਕਿਉਂਕਿ ਬਹੁਰਾਸ਼ਟਰੀ ਕਾਰੋਬਾਰਾਂ ਨੇ ਆਸਟ੍ਰੇਲੀਆਈ ਬੰਦਰਗਾਹਾਂ ਤੇ ਕਬਜ਼ਾ ਕਰ ਲਿਆ ਹੈ। ਆਸਟ੍ਰੇਲੀਆ ਦੀ ਮੈਰੀਟਾਈਮ ਯੂਨੀਅਨ ਦਾ ਕਹਿਣਾ ਹੈ ਕਿ ਮਲਟੀਨੈਸ਼ਨਲ ਟਗ ਆਪਰੇਟਰਾਂ ਕੋਲ ਆਸਟ੍ਰੇਲੀਆਈ ਸਪਲਾਈ ਚੇਨ ਤੇ ਚੋਕ ਹੋਲਡ ਹੈ। ਦੱਸਣਯੋਗ ਹੈ ਡੂੰਘੀਆਂ ਜੇਬਾਂ ਵਾਲੇ ਬਹੁਰਾਸ਼ਟਰੀ ਟਗ ਆਪਰੇਟਰ ਖੇਤਰੀ ਪੋਰਟ ਕੰਟਰੈਕਟ ਲਈ ਛੋਟੇ ਆਪਰੇਟਰਾਂ ਨੂੰ ਪਛਾੜ ਰਹੇ ਨੇ। ਸਮੁੰਦਰੀ ਉਦਯੋਗ ਚੋਕ ਹੋਲਡ ਵਿੱਚ ਸਵਿਟਜ਼ਰ ਨੇ ਆਸਟ੍ਰੇਲੀਆ ਦੀਆਂ 3 ਸਮੁੰਦਰੀ ਯੂਨੀਅਨਾਂ ਨਾਲ ਲੰਮੀ ਗੱਲਬਾਤ ਤੋਂ ਬਾਅਦ ਦੇਸ਼ ਭਰ ਦੀਆਂ 17 ਬੰਦਰਗਾਹਾਂ ਤੋਂ ਲਗਭਗ 600 ਟਗਬੋਟ ਵਰਕਰਾਂ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਹੈ। ਫੇਅਰ ਵਰਕ ਕਮਿਸ਼ਨ ਨੇ ਆਖਰਕਾਰ ਕੰਪਨੀ ਨੂੰ ਉਦਯੋਗਿਕ ਕਾਰਵਾਈ ਨੂੰ ਛੱਡਣ ਦਾ ਆਦੇਸ਼ ਦਿੱਤਾ ਜਦੋਂ ਇਹ ਖੁਲਾਸਾ ਹੋਇਆ ਕਿ ਤਾਲਾਬੰਦੀ ਪ੍ਰਭਾਵਿਤ ਬੰਦਰਗਾਹਾਂ ਵਿੱਚ ਸ਼ਿਪਿੰਗ ਗਤੀਵਿਧੀ ਨੂੰ ਲਗਭਗ 90% ਤੱਕ ਘਟਾ ਦੇਵੇਗੀ। ਮੈਰੀਟਾਈਮ ਯੂਨੀਅਨ ਆਫ ਆਸਟ੍ਰੇਲੀਆ WA ਬ੍ਰਾਂਚ ਦੇ ਸਕੱਤਰ ਵਿਲ ਟ੍ਰੇਸੀ ਨੇ ਕਿਹਾ ਹੈ ਕਿ ਸਵਿਟਜ਼ਰ ਵਰਗੇ ਏਕਾਧਿਕਾਰ ਆਪਰੇਟਰ ਕਾਰੋਬਾਰ ਦੀ ਅਸਲੀਅਤ ਸਨ ਪਰ ਅੰਤਰਿਤ ਸਮੱਸਿਆਵਾਂ ਲੈ ਕੇ ਆਏ। ਨਿਸ਼ਚਿਤ ਤੌਰ ਤੇ ਅਜਿਹੀਆਂ ਸਮੱਸਿਆਵਾਂ ਹਨ ਜਿੱਥੇ ਉਹ ਆਸਟ੍ਰੇਲੀਆਈ ਸਪਲਾਈ ਚੇਨ ਤੇ ਆਪਣੇ ਆਕਾਰ ਅਤੇ ਆਪਣੇ ਚੌਕ ਹੋਲਡ ਦੀ ਵਰਤੋਂ ਕਰ ਸਕਦੇ ਨੇ ਜਿਵੇਂ ਕਿ ਉਹਨਾਂ ਨੇ ਕਈ ਮਹੀਨੇ ਪਹਿਲਾਂ ਕੀਤਾ। ਜੇਮਸ ਮੈਕਲੂਰ ਨੇ ਹਮੇਸ਼ਾ ਇੱਕ ਮਹਾਨ ਸਾਹਸ ਦਾ ਸੁਪਨਾ ਦੇਖਿਆ ਹੈ। 1 ਜੁਲਾਈ 2020 ਨੂੰ ਉਹ ਕੁਈਨਜ਼ਲੈਂਡ ਦੇ ਸਨਸ਼ਾਈਨ ਕੋਸਟ ਤੇ ਆਪਣੇ ਸਾਹਮਣੇ ਵਾਲੇ ਦਰਵਾਜ਼ੇ ਤੋਂ ਬਾਹਰ ਨਿਕਲਿਆ। ਹੇਠਾਂ ਬੀਚ ਤੇ ਜਿੱਥੇ ਪ੍ਰਸ਼ਾਂਤ ਮਹਾਸਾਗਰ ਪੂਰਬੀ ਤੱਟ ਨਾਲ ਮਿਲਦਾ ਹੈ ਇੱਕ ਕੌਫੀ ਫੜੀ ਅਤੇ ਪੂਰੇ ਆਸਟ੍ਰੇਲੀਆ ਵਿੱਚ ਤੁਰਨਾ ਸ਼ੁਰੂ ਕਰ ਦਿੱਤਾ। ਯੋਜਨਾ ਦੱਖਣ ਪੱਛਮ ਵੱਲ ਦੱਖਣੀ ਕੁਈਨਜ਼ਲੈਂਡ ਬ੍ਰੋਕਨ ਹਿੱਲ ਨਲਰਬਰ ਦੇ ਪਾਰ ਅਤੇ ਪਰਥ ਦੇ ਦੱਖਣ ਵਿੱਚ ਬਨਬਰੀ ਵਿਖੇ ਪੱਛਮੀ ਤੱਟ ਤੇ ਸਮਾਪਤ ਕਰਨ ਦੀ ਸੀ। ਉਹ ਆਪਣੀਆਂ ਸੀਮਾਵਾਂ ਨੂੰ ਚੁਣੌਤੀ ਦੇਵੇਗਾ ਕੁੱਲ ਮਿਲਾ ਕੇ 5100 ਕਿਲੋਮੀਟਰ ਪੈਦਲ ਚੱਲੇਗਾ ਅਤੇ ਮਹਾਮਾਰੀ ਦੁਆਰਾ ਗਰੀਬੀ ਵਿੱਚ ਸੁੱਟੇ ਗਏ ਦੱਖਣੀ ਅਮਰੀਕੀ ਸੈਰ ਸਪਾਟਾ ਸੰਚਾਲਕਾਂ ਲਈ ਹਜ਼ਾਰਾਂ ਡਾਲਰ ਇਕੱਠੇ ਕਰੇਗਾ ਅਤੇ ਇੱਕ ਸਵਦੇਸ਼ੀ ਰਿਮੋਟ ਸਿਹਤ ਸੇਵਾ। ਹਰ ਰੋਜ਼ ਉਹ ਦੇਸ਼ ਦੀਆਂ ਸੜਕਾਂ ਤੇ 30 ਤੋਂ 40 ਕਿਲੋਮੀਟਰ ਤੱਕ ਚੱਲਦਾ ਸੀ। ਇੱਕ ਕਸਟਮਾਈਜ਼ਡ ਹੈਂਡ ਕਾਰਟ ਸਪਲਾਈ ਨਾਲ ਭਰਿਆ ਹੋਇਆ ਸੀ ਜੋ ਜੇਮਸ ਨੂੰ ਦੂਰ ਦੁਰਾਡੇ ਦੇ ਕਸਬਿਆਂ ਦੇ ਵਿੱਚ ਸੈਂਕੜੇ ਕਿਲੋਮੀਟਰ ਦੀ ਦੂਰੀ ਵਿੱਚ ਲੋੜੀਂਦਾ ਸੀ। ਜੰਗਲੀ ਘੋੜਿਆਂ ਦੁਆਰਾ ਉਸ ਦਾ ਪਿੱਛਾ ਕੀਤਾ ਗਿਆ। ਲਗਭਗ ਮਾਰੂ ਸੱਪਾ ਤੇ ਕਦਮ ਰੱਖਿਆ ਅਤੇ ਯਾਦ ਰੱਖਣ ਦੀ ਪਰਵਾਹ ਨਾਲੋਂ ਵੱਧ ਮੱਖੀਆਂ ਨੂੰ ਨਿਗਲ ਗਿਆ ਅਤੇ ਅਣਗਿਣਤ ਉਧਾਰ ਡਰਾਈਵਰਾਂ ਨੂੰ ਮਿਲਿਆ ਜੋ ਗੱਲਬਾਤ ਲਈ ਰੁਕੇ ਅਤੇ ਉਸ ਨੂੰ ਜਾਰੀ ਰੱਖਣ ਲਈ ਭੋਜਨ ਪਾਣੀ ਅਤੇ ਉਤਸ਼ਾਹ ਦਿੱਤਾ। ਆਸਟ੍ਰੇਲੀਆ ਕੋਲ ਇੱਕ ਨਵਿਆਉਣਯੋਗ ਨਿਰਮਾਣ ਮਹਾਸ਼ਕਤੀ ਬਣਨ ਲਈ ਸਾਰੀਆਂ ਸਮੱਗਰੀਆਂ ਹਨ ਪਰ ਕੁਝ ਸਟਾਰਟਅਪ ਅਜੇ ਵੀ ਆਪਣਾ ਭਵਿੱਖ ਵਿਦੇਸ਼ਾਂ ਵਿੱਚ ਦੇਖਦੇ ਹਨ। ਬੈਟਰੀ ਮਟੀਰੀਅਲ ਸਟਾਰਟਅਪ ਸਿਕੋਨਾ ਵੀ ਬੂਮ ਦਾ ਲਾਭ ਲੈਣ ਲਈ ਵਿਦੇਸ਼ਾਂ ਵਿੱਚ ਫੈਲ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਵਧਣਾ ਮੁਸ਼ਕਲ ਹੈ ਜਿੱਥੇ ਕੋਈ ਪਰਿਪੱਕ ਬੈਟਰੀ ਨਿਰਮਾਣ ਉਦਯੋਗ ਨਹੀਂ ਹੈ। ਸਿਕੋਨਾ ਬੈਟਰੀ ਟੈਕਨੋਲੋਜੀਜ਼ ਨਿਊ ਸਾਊਥ ਵੇਲਜ਼ ਦੇ ਇਲਾਵਾ ਖੇਤਰ ਵਿੱਚ ਆਧਾਰਿਤ ਇੱਕ ਸ਼ੁਰੂਆਤ ਹੈ ਅਤੇ ਨਵਿਆਉਣੀ
ਧਿਆਨਯੋਗ ਪਾਈ ਦਾ ਇੱਕ ਟੁਕੜਾ ਬਣਾਉਣ ਦੀ ਉਮੀਦ ਕਰਦੀ ਕੰਪਨੀ ਇੱਕ ਸਿਲੀਕਨ ਕੰਪੋਜ਼ਿਟ ਸਮੱਗਰੀ ਤਿਆਰ ਕਰਦੀ ਹੈ ਜੋ ਇਲੈਕਟ੍ਰਿਕ ਵਾਹਨ ਕ੍ਰਾਂਤੀ ਨੂੰ ਪਾਵਰ ਦੇਣ ਵਾਲੇ ਬਾਲਣ ਸਰੋਤ ਦੀ ਕਾਰਜਗੁਜ਼ਾਰੀ ਵਿੱਚ ਨਾਟਕੀ ਢੰਗ ਨਾਲ ਸੁਧਾਰ ਕਰਦੀ ਹੈ। ਫੰਡਿੰਗ ਨੂੰ ਪੂਰੀ ਸਪਲਾਈ ਲੜਨ ਤੇ ਨਿਸ਼ਾਨਾ ਬਣਾਇਆ ਗਿਆ ਹੈ, ਕੱਚੇ ਮਾਲ ਤੋਂ ਲੈ ਕੇ ਸਹਾਇਕ ਤਕਨਾਲੋਜੀਆਂ ਤੱਕ, ਅਤੇ ਇਹ ਕੰਪਨੀਆਂ ਨੂੰ ਅਮਰੀਕਾ ਜਾਣ ਲਈ ਲੁਭਾਉਂਦਾ ਹੈ। ਅਮਰੀਕਾ ਅਤੇ ਯੂਰਪ ਵਰਗੀਆਂ ਸਰਕਾਰਾਂ ਸਿਕੋਨਾ ਵਰਗੀਆਂ ਕੰਪਨੀਆਂ ਨੂੰ ਇੱਥੇ ਆਸਟ੍ਰੇਲੀਆ ਵਿੱਚ ਕਰਨ ਦੇ ਉਲਟ ਉੱਥੇ ਨਿਰਮਾਣ ਸਥਾਪਿਤ ਕਰਨ ਲਈ ਉਤਸ਼ਾਹਿਤ ਕਰਨ ਵੱਲ ਦੇਖ ਰਹੀਆਂ ਨੇ। ਸ਼੍ਰੀਮਾਨ ਜੋਰਡਨ ਨੇ ਕਿਹਾ ਹੈ ਕਿ ਆਸਟ੍ਰੇਲੀਅਨ ਸਰਕਾਰ ਨੂੰ ਅਮਰੀਕਾ ਵਰਗੀਆਂ ਹੋਰ ਸਰਕਾਰਾਂ ਵਾਂਗ ਸਥਾਨਕ ਨਿਰਮਾਣ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਇੱਥੇ ਬਹੁਤ ਸਾਰੀਆਂ ਸੁਰੱਖਿਆਵਾਦੀ ਵਪਾਰ ਨੀਤੀ ਲਾਗੂ ਕੀਤੀ ਜਾ ਰਹੀ ਹੈ। ਫੈਡਰਲ ਸਰਕਾਰ ਨੇ ਅਮਰੀਕਾ ਦੇ ਸਾਬਕਾ ਮਰੀਨ ਪਾਇਲਟ ਦੀ ਹਵਾਲਗੀ ਲਈ ਵਾਸ਼ਿੰਗਟਨ ਦੀ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਡੈਨੀਅਲ ਡਰੂਗਰ ਨੇ ਆਪਣੀ ਅਮਰੀਕੀ ਨਾਗਰਿਕਤਾ ਤਿਆਗ ਦਿੱਤੀ ਹੈ ਅਤੇ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਹ ਔਰੰਜ ਵਿੱਚ ਰਹਿ ਰਿਹਾ ਸੀ। ਉਸ ਦੇ ਪਰਿਵਾਰ ਨੇ ਇਸ ਕੇਸ ਨੂੰ ਸਿਆਸੀ ਤੌਰ ਤੇ ਪ੍ਰੇਰਿਤ ਦੱਸਦਿਆਂ ਪਟੀਸ਼ਨ ਸ਼ੁਰੂ ਕੀਤੀ ਹੈ। ਅਟਾਰਨੀ ਜਨਰਲ ਮਾਰਕ ਡਰੇਫਰਸ ਕੋਲ ਕ੍ਰਿਸਮਸ ਦੇ ਦਿਨ ਤੱਕ ਇਹ ਫੈਸਲਾ ਕਰਨ ਦਾ ਸਮਾਂ ਸੀ ਕਿ ਬੇਨਤੀ ਨੂੰ ਸਵੀਕਾਰ ਕਰਨਾ ਹੈ ਜਾਂ ਨਹੀਂ। ਡੈਨੀਅਲ ਡਰੂਗਰ ਨੂੰ ਅਕਤੂਬਰ ਵਿੱਚ ਨਿਊ ਸਾਊਥ ਵੇਲਜ਼ ਸੈਂਟਰਲ ਵੈਸਟ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸੇ ਹਫ਼ਤੇ ਬ੍ਰਿਟਿਸ਼ ਸਰਕਾਰ ਨੇ ਚੀਨ ਦੁਆਰਾ ਸੇਵਾ ਮੁਕਤ ਫੌਜੀ ਪਾਇਲਟਾਂ ਦੀ ਭਰਤੀ ਬਾਰੇ ਇੱਕ ਦੁਰਲੱਭ ਚੇਤਾਵਨੀ ਜਾਰੀ ਕੀਤੀ ਸੀ। ਉਹਨਾਂ ਨੇ ਕਿਹਾ ਹੈ ਕਿ ਦੋਹਰੀ ਅਪਰਾਧਿਕਤਾ ਦੀ ਜ਼ਰੂਰਤ ਨੂੰ ਪੂਰਾ ਨਹੀਂ ਕੀਤਾ ਜਾਵੇਗਾ ਅਤੇ ਉਸਦੇ ਮੁਵੱਕਿਲ ਕੋਲ ਕਥਿਤ ਅਪਰਾਧਾਂ ਦੀ ਪ੍ਰਕਿਰਤੀ ਦੇ ਕਾਰਨ ਜੋ ਕਿ ਅਮਰੀਕਾ ਦੇ ਰਾਜਨੀਤਿਕ ਅਤੇ ਭੂ-ਰਾਜਨੀਤਿਕ ਹਿੱਤਾਂ ਨੂੰ ਸੁਰੱਖਿਅਤ ਰੱਖਣ ਦੇ ਇਰਾਦੇ ਨਾਲ ਸਨ, ਇੱਕ ਰਾਜਨੀਤਿਕ ਇਤਰਾਜ਼ ਉਠਾਉਣ ਦੀ ਯੋਗਤਾ ਹੋਵੇਗੀ। ਅਸੀਂ ਅਟਾਰਨੀ ਜਨਰਲ ਨੂੰ ਇਹ ਵੀ ਸੂਚਿਤ ਕੀਤਾ ਕਿ ਉਸ ਨੂੰ ਆਪਣੇ ਵਿਵੇਕ ਦੀ ਵਰਤੋਂ ਨਾ ਕਰਨ ਦਾ ਇੱਕ ਕਾਰਨ ਇਹ ਹੈ ਕਿ ਖੁਫੀਆ ਵਿਭਾਗ ਦਾ ਇੰਸਪੈਕਟਰ ਇੱਕ ਸੁਤੰਤਰ ਜਾਂਚ ਕਰ ਰਿਹਾ ਹੈ ਜੋ ਕਿ ਸ਼੍ਰੀ ਡਰੂਗਰ ਦੇ ਹਾਲਾਤਾਂ ਦੇ ਸੰਬੰਧ ਵਿੱਚ ਸ਼ੁਰੂ ਹੋ ਗਈ ਹੈ। ਜੇਕਰ ਨਿਊ ਸਾਊਥ ਵੇਲਜ਼ ਲੇਬਰ 2023 ਦੀਆਂ ਚੋਣਾਂ ਜਿੱਤਦੀ ਹੈ ਤਾਂ ਸੈਲਾਨੀਆਂ ਨੂੰ ਸਿਡਨੀ ਵਿੱਚ ਨਵੇਂ ਸਾਲ ਦੀ ਸ਼ਾਮ ਨੂੰ ਬੰਦਰਗਾਹ ਦੇ ਕਿਨਾਰੇ ਦੇ ਨਾਲ-ਨਾਲ ਸਪੋਰਟ ਦੇਖਣ ਤੋਂ ਮੁਫਤ ਵਿੱਚ ਆਤਿਸ਼ਬਾਜ਼ੀ ਦੇਖਣ ਦੀ ਇਜਾਜ਼ਤ ਦਿੱਤੀ ਜਾਵੇਗੀ। ਲੇਬਰ ਦਾ ਕਹਿਣਾ ਹੈ ਕਿ ਦੇਖਣ ਦੇ ਸਾਰੇ ਸਥਾਨਾਂ ਨੂੰ ਮੁਫਤ ਬਣਾਉਣ ਨਾਲ ਨਵੇਂ ਸਾਲ ਦੀ ਸ਼ਾਮ ਨੂੰ ਹੋਰ ਪਹੁੰਚਣ ਯੋਗ ਬਣਾਇਆ ਜਾਵੇਗਾ। ਪ੍ਰੀਮੀਅਰ ਦਾ ਕਹਿਣਾ ਹੈ ਕਿ ਪ੍ਰਸਤਾਵ ਸ਼ਰਮਨਾਕ ਹੈ। ਨਿਊ ਸਾਊਥ ਵੇਲਜ਼ ਸਰਕਾਰ ਦੁਆਰਾ 2011 ਵਿੱਚ ਇੱਕ ਪੇ ਟੂ ਵਿਊ ਮਾਡਲ ਪੇਸ਼ ਕੀਤਾ ਗਿਆ ਸੀ। ਇਸ ਸਾਲ ਰਾਇਲ ਬੋਟੈਨਿਕ ਗਾਰਡਨ ਤੋਂ ਆਤਿਸ਼ਬਾਜ਼ੀ ਦੇਖਣ ਲਈ ਕੈਲੀਕਸ ਵਿਖੇ ਇੱਕ ਗਾਰਡਨ ਪਾਰਟੀ ਵਿੱਚ ਦਾਖਲੇ ਲਈ ਸਭ ਤੋਂ ਸਸਤੇ ਭਾਗ ਵਿੱਚ ਕੀਮਤਾਂ $40 ਤੋਂ $595 ਤੱਕ ਹੈ, ਜਿਸ ਵਿੱਚ ਲਾਈਵ ਡੀਜੇ, ਗੌਰਮਿਟ ਭੋਜਨ, ਅਲਕੋਹਲ ਅਤੇ ਪੀਣ ਵਾਲੇ ਪਦਾਰਥ ਅਤੇ ਬੰਦਰਗਾਹ ਦੇ ਨਜ਼ਾਰੇ ਸ਼ਾਮਲ ਨੇ। ਸਰਕਾਰ ਦਾ ਕਹਿਣਾ ਹੈ ਕਿ ਪੈਦਾ ਹੋਏ ਮਾਲੀਏ ਦੀ ਵਰਤੋਂ ਵਿਗਿਆਨ, ਬਾਗਬਾਨੀ ਅਤੇ ਸੰਭਾਲ ਪ੍ਰੋਜੈਕਟਾਂ ਦੇ ਸਮਰਥਨ ਲਈ ਕੀਤੀ ਜਾਵੇਗੀ। ਨਿਕ ਕਿਰਗਿਓਸ ਟੂਰਨਾਮੈਂਟ ਸ਼ੁਰੂ ਹੋਣ ਤੋਂ 24 ਘੰਟੇ ਪਹਿਲਾਂ ਸੱਟ ਕਾਰਨ ਸ਼ੁਰੂਆਤੀ ਯੂਨਾਈਟਿਡ ਕੱਪ ਲਈ ਆਸਟ੍ਰੇਲੀਆਈ ਟੀਮ ਤੋਂ ਹਟ ਗਿਆ ਹੈ। ਵਿਸ਼ਵ ਦੇ 22ਵੇਂ ਨੰਬਰ ਦੇ ਖਿਡਾਰੀ ਕਿਰਗਿਓਸ ਕੱਲ ਸ਼ਾਮ ਟੀਮ ਦੇ ਸ਼ੁਰੂਆਤੀ ਗਰੁੱਪ ਡੀ ਟਾਈ ਵਿੱਚ ਗ੍ਰੇਟ ਬ੍ਰਿਟੇਨ ਦੇ ਖਿਲਾਫ ਆਸਟ੍ਰੇਲੀਆਈ ਚਾਰਜ ਦੀ ਅਗਵਾਈ ਕਰਨ ਵਾਲੇ ਸਨ। ਉਹ ਸਿਡਨੀ ਦੇ ਕੇਨ ਰੋਜ਼ਵਾਲ ਏਰੀਨਾ ਵਿੱਚ ਸਿੰਗਲਜ਼ ਵਿੱਚ ਬ੍ਰਿਟੇਨ ਦੇ ਕੈਮਰਨ ਨੋਰੀ ਦਾ ਸਾਹਮਣਾ ਕਰਨ ਲਈ ਖਿੱਚਿਆ ਗਿਆ ਸੀ। ਕਿਰਗਿਓਸ ਦੁਪਹਿਰ ਨੂੰ ਸਿਖਲਾਈ ਤੋਂ ਬਾਅਦ ਇੱਕ ਨਿਗਲਿੰਗ ਸੱਟ ਨਾਲ ਨਜਿੱਠ ਰਿਹਾ ਸੀ। ਉਸਦੇ ਸਾਥੀਆਂ ਨੇ ਦੱਸਿਆ ਕਿ ਉਹਨੂੰ ਪ੍ਰੈਸ ਕਾਨਫਰੰਸ ਤੋਂ ਸਿਰਫ 10 ਮਿੰਟ ਪਹਿਲਾਂ ਪਤਾ ਲੱਗਾ ਸੀ ਕਿ ਕਿਰਗਿਓਸ ਉਹਨਾਂ ਨਾਲ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਹੋਣਗੇ। ਇਸ ਫੈਸਲੇ ਨੇ 2 ਜਨਵਰੀ ਨੂੰ ਟੂਰਨਾਮੈਂਟ ਦੇ ਆਪਣੇ ਇੱਕ ਮਾਰਕੀ ਮੈਚਅਪ ਨੂੰ ਵੀ ਖੋਲਿਆ, ਜਦੋਂ ਕਿਰਗਿਓਸ ਨੇ ਰਾਫੇਲ ਨਡਾਲ ਦੇ ਵਿਰੁੱਧ ਇੱਕ ਬਲੌਕਬਸਟਰ ਮੈਚ ਨਾਲ ਸਪੇਨ ਦੇ ਵਿਰੁੱਧ ਆਸਟ੍ਰੇਲੀਆ ਦੀ ਟਾਈ ਦੀ ਸ਼ੁਰੂਆਤ ਕਰਨੀ ਸੀ। ਯੂਨਾਈਟਿਡ ਕੱਪ ਜਨਵਰੀ ਵਿੱਚ ਦੂਜੇ ਐਡੀਲੇਡ ਇੰਟਰਨੈਸ਼ਨਲ ਇਵੈਂਟ ਦੇ ਨਾਲ ਇੱਕ ਘਰੇਲੂ ਸਲੈਮ ਵਿੱਚ ਝੁਕਣ ਲਈ ਕਿਰਗਿਓਸ ਦੀ ਤਿਆਰੀ ਦਾ ਹਿੱਸਾ ਬਣਨ ਵਾਲਾ ਸੀ। ਕਿਰਗਿਓਸ ਵੀ 2020 ਵਿੱਚ ਹੁਣ ਬੰਦ ਹੋਏ ATP ਕੱਪ ਤੋਂ ਬਾਅਦ ਪਹਿਲੀ ਵਾਰ ਆਸਟ੍ਰੇਲੀਆ ਦੀ ਨੁਮਾਇੰਦਗੀ ਕਰਨ ਵਾਲਾ ਸੀ। ਰੇਨਮਾਰਕ ਵਿੱਚ ਮੂਰੇ ਨਦੀ ਦਾ ਹੜ੍ਹ ਰਾਤੋਂ ਰਾਤ ਆਪਣੇ ਸ਼ਿਖਰ ਤੇ ਪਹੁੰਚ ਗਿਆ ਹੈ। ਹੁਣ ਤੱਕ ਲਗਭਗ 1700 ਤੋਂ 1800 ਜਾਇਦਾਦਾਂ ਡੁੱਬ ਗਈਆਂ ਨੇ। ਪ੍ਰੀਮੀਅਰ ਦਾ ਕਹਿਣਾ ਹੈ ਕਿ ਹੋਰ ਰਿਵਰਲੈਂਡ ਕਸਬਿਆਂ ਲਈ ਚੁਣੌਤੀਆਂ ਅੱਗੇ ਹਨ ਕਿਉਂਕਿ ਸ਼ਿਖਰ ਦਰਿਆ ਦੇ ਹੇਠਾਂ ਵਹਿੰਦਾ ਹੈ।
ਰਾਜ ਐਮਰਜੈਂਸੀ ਸੇਵਾ ਨੇ ਕੋਵੀਰਾ ਖੇਤਰ ਲਈ ਹੁਣ ਖਾਲੀ ਹੋਣ ਦਾ ਸੁਨੇਹਾ ਜਾਰੀ ਕੀਤਾ ਹੈ। ਦੱਖਣੀ ਆਸਟ੍ਰੇਲੀਆਈ ਪ੍ਰੀਮੀਅਰ ਪੀਟਰ ਮਲੀਨੋਸਕਾਸ ਨੇ ਕਿਹਾ ਹੈ ਕਿ ਚੋਟੀ ਨੂੰ ਪਾਰ ਕਰਨਾ ਸ਼ਹਿਰ ਲਈ ਚੰਗੀ ਖਬਰ ਹੈ। ਉਹਨਾਂ ਕਿਹਾ ਕਿ ਸਾਡੇ ਕੋਲ ਲਗਾਤਾਰ 5 ਦਿਨ ਰਹੇ ਨੇ ਜਿੱਥੇ ਸਰਹੱਦ ਦੇ ਪਾਰ ਆਉਣ ਵਾਲੇ ਵਹਾਅ ਵਿੱਚ ਅਸਲ ਵਿੱਚ ਗਿਰਾਵਟ ਆਈ ਹੈ ਅਤੇ ਰਾਤੋਂ ਰਾਤ ਅਸੀਂ ਇੱਥੇ ਲੰਬੇ ਸਮੇਂ ਵਿੱਚ ਪਹਿਲੀ ਵਾਰ ਇੱਥੇ ਰੇਨਮਾਰਕ ਵਿੱਚ ਪਾਣੀ ਦਾ ਪੱਧਰ ਡਿੱਗਿਆ ਦੇਖਿਆ ਹੈ। ਸੂਤਰਾਂ ਦੇ ਮੁਤਾਬਕ ਅਗਲੇ 2 ਦਿਨਾਂ ਵਿੱਚ ਪਾਣੀ ਚੋਟੀ ਤੱਕ ਪਹੁੰਚਣ ਦੀ ਉਮੀਦ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਦੇਸ਼ੀ ਮਾਮਲਿਆਂ ਅਤੇ ਵਪਾਰ ਵਿਭਾਗ ਦਾ ਕਹਿਣਾ ਹੈ ਕਿ ਯੂਕਰੇਨ ਵਿੱਚ ਇੱਕ ਆਸਟ੍ਰੇਲੀਆਈ ਵਿਅਕਤੀ ਲੜਾਈ ਵਿੱਚ ਮਾਰਿਆ ਗਿਆ ਹੈ। ਸੂਤਰਾਂ ਦੇ ਮੁਤਾਬਕ ਵਿਕਟੋਰੀਅਨ ਆਦਮੀ ਸੇਜ ਓਡੋਨੇ ਦੀ ਮੌਤ ਕ੍ਰਿਸਮਸ ਤੋਂ ਠੀਕ ਪਹਿਲਾਂ ਹੋਈ ਸੀ। ਵਿਕਟੋਰੀਆ ਦੇ ਵਿਅਕਤੀ ਸੇਜ ਓਡੋਨੇਲ ਦੀ ਮਾਂ ਨੇ ਕਿਹਾ ਹੈ ਕਿ DFAT ਦੇ ਅਨੁਸਾਰ ਯੂਕਰੇਨੀ ਲੋਕਾਂ ਦੀ ਆਜ਼ਾਦੀ ਦੀ ਰੱਖਿਆ ਕਰਦੇ ਹੋਏ ਉਸ ਦੀ ਮੌਤ ਹੋ ਗਈ, ਜਿਸ ਤੋਂ ਬਾਅਦ DFAT ਨੇ ਪੁਸ਼ਟੀ ਕੀਤੀ ਹੈ ਕਿ ਉਹ ਯੂਕਰੇਨ ਵਿੱਚ ਮਰਨ ਵਾਲੇ ਇੱਕ ਆਸਟ੍ਰੇਲੀਆਈ ਦੇ ਪਰਿਵਾਰ ਨੂੰ ਕੌਂਸਲਰ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਹੁਣ ਮੈਨੂੰ ਇਜਾਜ਼ਤ, ਅਗਲੀ ਅਪਡੇਟ ਲੈ ਕੇ ਮੈਂ ਤੁਹਾਡੇ ਸਾਹਮਣੇ ਜਲਦ ਹੀ ਹਾਜ਼ਰ ਹੋਵਾਂਗੀ। ਧੰਨਵਾਦ।